वाहे गुरु 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 ज्यों ज्यों तेरा हुक्म ज्यों ज्यों तेरा हुक्म तिवै त्यों होवना तिवै त्यों होवना जम्मण मरना हुक्म है जम्मण मरना हुक्म है पाण आवे जाए पाण आवे जाए बारे बूढ़े तरुणे भैया सब हों जम ले जई है रे बारे बूढ़े तरुणे भैया सब हों जम ले जई है रे ऐसो काल विडानी रे ऐसो काल विडानी रे कल्ले आवह नानका कल्ले आवह नानका सदे उठी जाहे सदे उठी जाहे जो आया सो चल सी जो आया सो चल सी सब कोई आई वारिये जिसके जिय प्राण है क्यों साहिब मनो विसारिये आपन हथी अपना आपे ही काज सवारिये आपन हथी अपना आपे ही काज सवारिये जुग जुग
अटल चवर छतर तखत दे मालक धन धन श्री गुरु ग्रंथ साहिब जी महाराज सतगुरु पातशाह जी दे पावन पवित्र हजूरी अंदर सुभाएमान गुरु की अति सन्मान योग साध संगत जियो। वाहेगुरु जी का खालसा वाहेगुरु जी की फतेह। इस वक्त आप संगत दे रूप विच गुरुदेव पिता दे पावन चरनां विच इकत्तर होए हो, जो अटल निजम है कादर करीम दी कुदरत दा मरना सच जिउना झूठ, और जो हुक्मी परमात्मा दे हुक्म दी खेड़ इस सबना दे उपर और सारियां थावां ते वरत रही है। जम्मण मरना हुक्म है, भाणे आवे जाए दे महावाक अनुसार गुरु घर दे सेवक परिवार श्रद्धालु परिवार सरदार लखवीर सिंह जी जिन्हां ने बहुत वरे इस पावन स्थान ते सेवा करनी की थी, उन्हां दे सपुत्र सरदार गुरदीप सिंह जी परमात्मा वल्लों दिती होई सवासां रूपी पूंजी नूं भोग करके इस फानी संसार तो अलविदा कह गए ने, अकाल चलाना कर गए ने। उन्हां दे निमित्त परिवार वल्लों संबंधियां वल्लों भाईचारे वल्लों संगत दा रूप हो के ये अरदास समागम सतगुरु जी दे चरनां विच रखना कीता। जगत गुरु गुरु नानक देव महाराज साहेब जीवां दा उद्धार करदे करदे जम्मू दे इलाके विच पहुँचे ने। वणजारियां दा पिंड और सतगुरु जी ने इस नगर विच बाग विच जाके अपना डेरा कीता। महाराज जी दे नाल भाई मरदाना जी और भाई बाला जी हन। इस बाग दे विचों एक रस्ता जा रहा है पिंड दे चौधरी दी हवेली वल। अज इस पिंड विच बड़ी चहल पहल, क्योंकि कई वरियां तो बाद तकरीबन 12 वरियां तो बाद चौधरी दे घर विच अकाल पुरख ने पुत्र दी दात बख्शी। सुभावक है नगर दे विच खुशियां खेड़ियां दा होना। तमाम नगर निवासी बाग विचों दी लंघ के चौधरी दी हवेली वल जांदे ने और चौधरी आउण वालियां नूं वधाइयां कबूल करके सवा सवा सेर मठियाई सारियां नूं देई जा रहे है।
ਜਦੋਂ ਕਾਫੀ ਸਮਾਂ ਗੁਜ਼ਰ ਗਿਆ ਤੇ ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਇਹ ਕਿਹੋ ਜਿਹਾ ਸਮਾਂ ਆ ਗਿਆ। ਸਤਿਗੁਰੂ ਕਹਿੰਦੇ, ਕੀ ਹੋਇਆ ਮਰਦਾਨੇ? ਆਖਿਆ, ਮਹਾਰਾਜ ਸਾਡੇ ਤੁਹਾਡੇ ਫਕੀਰਾਂ ਵਾਲੇ ਲਿਬਾਸ ਪਹਿਨੇ ਹੋਏ ਨੇ, ਅਤੀਤਾਂ ਵਾਲਾ ਲਿਬਾਸ ਹੈ, ਪਹਿਰਾਵਾ ਏ, ਪਰ ਇਹਨਾਂ ਲੋਕਾਂ ਨੂੰ ਆਪਾਂ ਦਿਸਦੇ ਕੋਈ ਨਹੀਂ। ਕਿਸੇ ਨੇ ਨਾ ਤੁਹਾਨੂੰ ਨਾ ਸਾਨੂੰ ਹੁਣ ਤੱਕ ਪੁੱਛਿਆ ਹੀ ਨਹੀਂ ਵੀ ਕੌਣ ਹੋ, ਕਿੱਥੋਂ ਆਏ ਹੋ, ਨਾ ਕੋਈ ਜਲ ਪਾਣੀ ਨਾ ਭੋਜਨ। ਇਹ ਕੀ ਹੈ ਮਹਾਰਾਜ? ਸਤਿਗੁਰੂ ਕਹਿੰਦੇ, ਪਰਮਾਤਮਾ ਦੀ ਮੋਹ ਮਾਇਆ ਦੇ ਪੜਦੇ ਪਏ ਨੇ ਇਹਨਾਂ ਜੀਵਾਂ ਦੇ ਮਨਾਂ ਉੱਪਰ। ਇਹਨਾਂ ਨੂੰ ਸੱਚ ਵਿਖਾਈ ਕੋਈ ਨਹੀਂ ਦਿੰਦਾ, ਇਸ ਲਈ ਅਸੀਂ ਤੁਸੀਂ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ। ਇਹ ਮੋਹ ਮਾਇਆ ਵਿੱਚ ਭੁੱਲ ਗਏ ਨੇ। ਔਰ ਇਹ ਆ ਜਿਹੜੀ ਖੁਸ਼ੀ ਚੌਧਰੀ ਦੇ ਘਰੇ ਹੋਈ ਹੈ, ਪੁੱਤਰ ਦੀ ਦਾਤ, ਇਹਦੇ ਵਿੱਚ ਸਭ ਮਸਤ ਨੇ। ਮਰਦਾਨਾ ਜੀ ਚੁੱਪ ਕਰ ਗਏ। ਸਾਹਿਬ ਸੱਚੇ ਪਾਤਸ਼ਾਹ ਆਪਣੀ ਮੌਜ ਵਿੱਚ ਬੈਠੇ ਨੇ। ਕੁਝ ਸਮੇਂ ਤੋਂ ਬਾਅਦ ਭਾਈ ਮਰਦਾਨਾ ਜੀ ਉੱਠਦੇ ਨੇ ਔਰ ਚੌਧਰੀ ਦੀ ਹਵੇਲੀ 'ਤੇ ਪਹੁੰਚਦੇ ਨੇ। ਚੌਧਰੀ ਨੇ ਸਵਾ ਸਿਰ ਮਠਿਆਈ ਮਰਦਾਨਾ ਜੀ ਨੂੰ ਜਦੋਂ ਦੇਣੀ ਚਾਹੀ ਤੇ ਮਰਦਾਨਾ ਜੀ ਕਹਿੰਦੇ, ਦੋ ਹੋਰ ਨੇ, ਇੱਕ ਮੇਰੇ ਮੁਰਸ਼ਦ ਨੇ, ਮੇਰੇ ਗੁਰੂ ਨੇ, ਔਰ ਇੱਕ ਮੇਰਾ ਸਾਥੀ ਹੈ। ਚੌਧਰੀ ਨੇ 2.5 ਸਿਰ ਮਠਿਆਈ ਮਰਦਾਨਾ ਜੀ ਨੂੰ ਹੋਰ ਦਿੱਤੀ। ਇੰਜ ਮਰਦਾਨਾ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ 4.25 ਸਿਰ ਮਠਿਆਈ ਲੈ ਕੇ ਹਾਜ਼ਰ ਹੋਏ। ਕਹਿੰਦੇ, ਲਓ ਮਹਾਰਾਜ ਛਕੋ। ਸਤਿਗੁਰੂ ਕਹਿੰਦੇ, ਮਰਦਾਨੇ ਆਏ ਕੀ ਹੈ? ਆਖਿਆ, ਮਹਾਰਾਜ ਕਮਾਲ ਕਰਦੇ ਹੋ ਤੁਸੀਂ। ਤੁਹਾਨੂੰ ਸਭ ਪਤਾ ਹੈ 12 ਵਰ੍ਹਿਆਂ ਤੋਂ ਬਾਅਦ ਸੁਣਵਾਈ ਹੋਈ ਹੈ ਚੌਧਰੀ ਦੀ ਰੱਬ ਦੀ ਦਰਗਾਹ ਵਿੱਚ। ਉਹਨੂੰ ਪੁੱਤਰ ਦੀ ਦਾਤ ਪ੍ਰਾਪਤ ਹੋਈ ਹੈ ਤੇ ਮਹਾਰਾਜ ਨਗਰ ਖੇੜੇ ਖੁਸ਼ੀਆਂ ਵਰਤ ਰਹੀਆਂ ਨੇ। ਚੌਧਰੀ ਪ੍ਰਸੰਨ ਹੋ ਕੇ ਸਾਰਿਆਂ ਨੂੰ ਮਠਿਆਈ ਦੇ ਰਿਹਾ ਤੇ ਆਪਣੇ 3 ਹਿੱਸੇ ਉਹਨੇ ਦੇ ਦਿੱਤੇ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨੇ ਮਠਿਆਈ ਚੁੱਕ ਲੈ, ਅਸਾਂ ਨਹੀਂ ਖਾਣੀ। ਆਖਿਆ, ਮਹਾਰਾਜ ਕਿਉਂ? ਸਾਹਿਬ ਕਹਿੰਦੇ, ਤੈਨੂੰ ਪਤਾ ਹੈ ਬਾਲ ਕੌਣ ਹੈ, ਇਹ ਬੱਚਾ ਕੌਣ ਹੈ? ਆਖਿਆ, ਮਹਾਰਾਜ ਅਸੀਂ ਅਲਪੱਗ ਜੀਵ ਹਾਂ, ਤੁਸੀਂ ਸਰਬੱਗ ਹੋ, ਸਾਨੂੰ ਤੇ ਸਮਝ ਕੋਈ ਨਹੀਂ, ਤੁਸੀਂ ਕਿਰਪਾ ਕਰਕੇ ਸਮਝਾਓ। ਮਹਾਰਾਜ ਕਹਿੰਦੇ, ਮਰਦਾਨੇ ਕੋਈ ਪਿਛਲਾ ਹਿਸਾਬ ਕਿਤਾਬ ਬਾਕੀ ਹੈ ਇਸ ਚੌਧਰੀ ਦੇ ਨਾਲ, ਇਸ ਬਾਲਕ ਦਾ। ਔਰ ਇਹ ਜਿਹੜੇ ਧੀਆਂ ਪੁੱਤਰ ਹੁੰਦੇ ਨੇ ਕਰਮ ਬਣ ਕੇ ਆਉਂਦੇ ਨੇ ਜੀਵ ਦੇ ਘਰ ਦੇ ਵਿੱਚ। ਜਿਤਨਾ ਕੁ ਸਮਾਂ ਹਿਸਾਬ ਕਿਤਾਬ ਹੈ ਉਤਨਾ ਸਮਾਂ ਸੰਬੰਧ ਹੈ, ਜਿਤਨਾ ਸਮਾਂ ਸੰਜੋਗ ਹੈ। ਤੇ ਜਦੋਂ ਸੰਜੋਗ ਨੇ ਵਿਜੋਗ ਵਿੱਚ ਬਦਲਣਾ, ਆਏ ਹੋਏ ਜੀਵ ਤੁਰ ਜਾਂਦੇ ਨੇ। ਇਸ ਲਈ ਦਿਨ ਚੜ੍ਹਦੇ ਸਾਰ ਇਸ ਬਾਲਕ ਦਾ ਹਿਸਾਬ ਕਿਤਾਬ ਪੂਰਾ ਹੋ ਜਾਣਾ ਔਰ ਇਸ ਬੱਚੇ ਨੇ ਮਰ ਜਾਣਾ। ਤੇ ਖੁਸ਼ੀਆਂ ਕਾਹਦੀਆਂ, ਵਧਾਈਆਂ ਕਾਹਦੀਆਂ? ਅਗਰ ਤੇ ਬੱਚੇ ਨੂੰ ਜਿਉਂਦਾ ਰੱਖ ਸਕਦਾ ਫਿਰ ਤੇ ਵਧਾਈਆਂ ਦੀ ਮਠਿਆਈ ਖਾ, ਨਹੀਂ ਤੇ ਵਾਪਸ ਮੋੜਾ। ਮਰਦਾਨਾ ਜੀ ਕਹਿਣ ਲੱਗੇ, ਮਹਾਰਾਜ ਤੁਸੀਂ ਸਮਰੱਥ ਹੋ, ਇਹ ਜੀਵਨ ਮੌਤ ਤੁਹਾਡੇ ਹੱਥ ਹੈ, ਸਾਡੇ ਹੱਥ ਕਿਆ ਹੈ? ਜੋ ਤੁਹਾਡਾ ਹੁਕਮ। ਮਰਦਾਨਾ ਜੀ ਗਏ, ਚੌਧਰੀ ਨੂੰ ਮਠਿਆਈ ਮੋੜਨ ਲੱਗੇ।
ਉਹ ਕਹਿਣ ਲੱਗਿਆ ਤੂੰ ਚੰਗਾ ਬੰਦਾ ਹੈ, ਕੋਈ ਖੁਸ਼ੀਆਂ ਦੀ ਮਠਿਆਈ ਥੋੜ੍ਹੀ ਮੋੜਦਾ ਹੁੰਦਾ ਹੈ, ਮੈਂ ਵਾਪਸ ਨਹੀਂ ਲੈਣੀ। ਮਰਦਾਨਾ ਜੀ ਆਏ, ਆਖਿਆ ਮਹਾਰਾਜ ਉਹ ਮਠਿਆਈ ਲੈਂਦਾ ਕੋਈ ਨਹੀਂ, ਵਾਪਸ। ਸਤਿਗੁਰੂ ਕਹਿੰਦੇ ਦੁਬਾਰਾ ਜਾ। ਚੌਧਰੀ ਇਨਕਾਰੀ ਹੋਇਆ। ਤੀਸਰੀ ਦਫਾ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਮਠਿਆਈ ਰੱਖ ਕੇ ਵਾਪਸ ਆ ਜੀ। ਸਤਿਵਚਨ ਮਹਾਰਾਜ। ਮਰਦਾਨਾ ਜੀ ਤੀਜੀ ਮਰਤਬਾ ਗਏ, ਤੀਜੀ ਦਫਾ ਗਏ, ਮਠਿਆਈ ਰੱਖੀ, ਵਾਪਸ ਸਤਿਗੁਰੂ ਦੇ ਚਰਨਾਂ ਵਿੱਚ ਪਹੁੰਚਦੇ ਨੇ। ਮਹਾਰਾਜ ਕਹਿੰਦੇ ਰੱਬ ਰੱਬ ਕਰ, ਕਰਤਾਰ ਕਰਤਾਰ ਕਰ, ਤੇ ਵੇਖ ਕਰਤਾਰ ਦੇ ਰੰਗ ਕਿਆ ਵਰਤਦੇ ਨੇ ਉਹਦੇ ਚੋਜ। ਰਾਤ ਪੈ ਗਈ। ਅੰਮ੍ਰਿਤ ਵੇਲੇ ਹੁੰਦੇ ਸਾਰ ਪਿੰਡ ਵਿੱਚ ਰੋਣਾ ਧੋਣਾ ਸ਼ੁਰੂ ਹੋ ਗਿਆ, ਚੀਖੋ ਪੁਕਾਰ ਮਚ ਗਈ। ਕਵੀ ਸੰਤੋਖ ਸਿੰਘ ਜੀ ਨੇ ਗੁਰੂ ਨਾਨਕ ਪ੍ਰਕਾਸ਼ ਵਿੱਚ ਇਸ ਪ੍ਰਸੰਗ ਨੂੰ ਲਿਖਦਿਆਂ ਉੱਥੇ ਬਚਨ ਕੀਤੇ ਨੇ, ਬਾਲਿਕ ਮਰਗਾ ਸੁਣੀ ਪੁਕਾਰਾ। ਕਵੀ ਜੀ ਕਹਿੰਦੇ ਪੁਕਾਰ ਸੁਣੀ ਗਈ। ਅੰਮ੍ਰਿਤ ਵੇਲੇ ਪਿੰਡ ਵਿੱਚ ਵੀ ਚੌਧਰੀ ਦਾ ਪੁੱਤਰ ਮਰ ਗਿਆ, ਬਾਲਕ ਮਰ ਗਿਆ। ਸਾਰਾ ਪਿੰਡ ਸ਼ੋਕ ਵਿੱਚ ਡੁੱਬ ਗਿਆ। ਕੱਲ੍ਹ ਜਿਹੜੇ ਲੋਕ ਖੁਸ਼ੀਆਂ ਦੇ ਗੀਤ ਗਾ ਰਹੇ ਸਨ, ਉਹੀ ਲੋਕ ਕੱਲ੍ਹ ਜਿਨ੍ਹਾਂ ਦੇ ਚਿਹਰੇ ਖਿੜੇ ਹੋਏ ਸਨ ਫੁੱਲ ਦੀ ਨਿਆਈ, ਅੱਜ ਉਹਨਾਂ ਦੇ ਚਿਹਰੇ ਮੁਰਝਾਏ ਨੇ। ਔਰ ਕੱਲ੍ਹ ਜਿਹੜੇ ਮੁੱਖਾਂ ਵਿੱਚੋਂ ਉਹ ਖੁਸ਼ੀਆਂ ਦੇ ਗੀਤ ਗਾਉਂਦੇ ਸਨ, ਅੱਜ ਉਹੀ ਮੁੱਖ ਵਹਿਣ ਪਾਉਂਦੇ ਤੁਰੇ ਜਾ ਰਹੇ ਨੇ। ਜਦੋਂ ਕੋਲੋਂ ਦੀ ਲੰਘੇ, ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨੇ ਵੇਖ ਮਾਲਕ ਦੇ ਰੰਗ, ਵੇਖ ਉਹਦਾ ਭਾਣਾ। ਇਹ ਜਿਹੜਾ ਕਾਲ ਹੈ ਮਰਦਾਨੇ, ਕਾਲ ਇਹ ਬੜਾ ਪ੍ਰਬਲ ਹੈ। ਕਾਲ ਹੀ ਰਵਾਉਂਦਾ, ਕਾਲ ਹੀ ਹਸਾਉਂਦਾ ਏ, ਕਾਲ ਵਿੱਚ ਹੀ ਸੁੱਖ ਹੈ, ਕਾਲ ਵਿੱਚ ਹੀ ਦੁੱਖ ਹੈ। ਵੇਖ ਮਰਦਾਨੇ ਉਹੀ ਲੋਕ ਨੇ ਕੱਲ੍ਹ ਜਿਨ੍ਹਾਂ ਦੇ ਚਿਹਰੇ ਖਿੜੇ ਸਨ, ਅੱਜ ਚਿਹਰੇ ਮੁਰਝਾਏ ਨੇ। ਉਹੀ ਮੂੰਹ ਜਿਹੜੇ ਖੁਸ਼ੀਆਂ ਦੇ ਗੀਤ ਗਾਉਂਦੇ ਸਨ, ਅੱਜ ਉਹਨਾਂ ਮੁੱਖਾਂ ਵਿੱਚੋਂ ਵੈਣ ਪੈ ਰਹੇ ਨੇ। ਵੇਖ ਪਰਮਾਤਮਾ ਦੀ ਰਜ਼ਾ, ਉਹਦੇ ਹੁਕਮ ਦੀ ਖੇਡ, ਉਹਦਾ ਭਾਣਾ। ਬੱਚੇ ਦੇ ਸਰੀਰ ਨੂੰ ਚੁੱਕਿਆ, ਹੁਣ ਉਹਨੂੰ ਟੋਆ ਪੁੱਟ ਕੇ ਦੱਬਣ ਦੇ ਲਈ ਸਾਰੇ ਲੋਕ ਚੌਧਰੀ ਦੇ ਨਾਲ ਤੁਰ ਪਏ। ਜਦੋਂ ਇਹ ਕਿਰਿਆ ਕੀਤੀ, ਵਾਪਸ ਪਰਤਣ ਲੱਗੇ ਤਾਂ ਕੁਝ ਜਿਹੜੇ ਸਿਆਣੇ ਲੋਕ ਸਨ ਨਗਰ ਨਿਵਾਸੀ, ਕਹਿਣ ਲੱਗੇ ਚੌਧਰੀ ਜੀ ਕੱਲ੍ਹ ਦੇ ਆਪਣੇ ਨਗਰ ਵਿੱਚ 3 ਮਹਾਤਮਾ ਲੋਕ ਆਏ ਹੋਏ ਨੇ, ਫਕੀਰਾਨਾ ਲਿਬਾਸ ਨੇ ਉਹਨਾਂ ਦੇ, ਚਲੋ ਉਹਨਾਂ ਦੇ ਪਾਸ ਚੱਲਦੇ ਹਾਂ, ਸਾਡੇ ਤੁਹਾਡੇ ਡੋਲ ਦੇ ਮਨਾਂ ਨੂੰ ਉਹ ਧੀਰਜ ਬਖਸ਼ਣਗੇ, ਕੋਈ ਉਪਦੇਸ਼ ਦੇਵਣਗੇ ਤਾਂ ਕਿ ਸਾਡੇ ਮਨਾਂ ਨੂੰ ਕੁਝ ਧੀਰਜ ਪ੍ਰਾਪਤ ਹੋਵੇ। ਉਹਨਾਂ ਦੀ ਸਲਾਹ ਮੰਨੀ ਚੌਧਰੀ ਨੇ, ਸਾਰੇ ਨਗਰ ਨਿਵਾਸੀਆਂ ਨੇ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਬਾਗ ਦੇ ਵਿੱਚ ਸਾਰਾ ਪਿੰਡ ਆ ਗਿਆ, ਹੱਥ ਜੁੜ ਗਏ, ਕਹਿਣ ਲੱਗੇ ਫਕੀਰ ਸਾਈਂ ਸਾਨੂੰ ਤੁਹਾਡਾ ਨਾਮ ਨਹੀਂ ਪਤਾ, ਧਾਮ ਨਹੀਂ ਪਤਾ, ਕੇਵਲ ਤੁਹਾਡਾ ਲਿਬਾਸ ਵੇਖਿਆ ਅਸਾਂ। ਆ ਕੁਝ ਹੋ ਗਿਆ ਸਾਡੇ ਨਾਲ, ਰੱਬ ਨੇ ਦਾਤ ਦਿੱਤੀ ਪੁੱਤਰ ਦੀ ਤੇ ਦੂਜੇ ਦਿਨ ਵਾਪਸ ਵੀ ਲੈ ਲਈ। ਕੱਲ੍ਹ ਜੀ ਦਾ ਜਨਮ ਸੀ, ਅੱਜ ਉਹਦੀ ਮੌਤ ਹੋ ਗਈ, ਇਸ ਲਈ ਅਸੀਂ ਬੜੇ ਸ਼ੋਕਾਤੁਰ ਹਾਂ, ਸ਼ੋਕ ਵਿੱਚ ਦੁਖੀ ਹਾਂ। ਕੁਝ ਐਸਾ ਬਚਨ ਕਰੋ
ऐसा उपदेश बख्शो ताकि साडे डोलदे मनां नूं धीरज प्राप्त होवे। सतगुरु कहंदे मरदानिया रबाब छेड़ रबाब बाणी आई जे। उथे गुरु नानक साहब जी ने दो शब्द श्री राग दे विच उचारण कीते और फिर एक शब्द चौथे जामे विच गुरु रामदास महाराज ने उचारण किया। एक शब्द पंचम पातशाह ने इसे दे नाल मिलदा जुलदा उचारण किया। ये चार शब्दां दा संग्रह धन गुरु ग्रंथ साहिब महाराज जी विच पहरियां कै घर गावना बाणी सिरलेख हेठ अंकित है, दर्ज है गुरु ग्रंथ साहिब महाराज जी विच। और श्री राग विच ये पहरियां कै घर गावना जो सिरलेख है उदा पहला शब्द फिर महाराज साहब ने उचारण किया। और जिमें जिमें बाणी सतगुरु जी उचारण करते गए गुरबाणी का कीर्तन हुंदा गया, तिमें तिमें डोलदे मनां नूं धीरज प्राप्त हुंदा गया। इस तो पहला एक विचार होर आप दे नाल सांझी करां। ये तो है गुर इतिहास की बात। एक फकीर होए जुनैद फकीर, जुनैद फकीर मंसूर फकीर दे मुरशद होए ने। जुनैद बगदादी उन्हां दा नाम है। इन्हां दे घरे तकरीबन 13-14 साल तक ब्याह तो बाद कोई औलाद नहीं हुई। 14 वरियां तो बाद जुनैद फकीर दे घरे अल्लाह ताला ने एक पुत्र दी दात बख्शी। बड़े प्रसन्न ने, पुत्र नूं खिडाउंदे ने। सहजे सहजे पुत्र दा बचपन गुजरिया, जवानी उहदे ते आई। 18 वरियां दी उम्र हुई जुनैद बगदादी फकीर दे पुत्र दी। 18 वरियां दी जदों उम्र हुई तो साध संगत फकीर दा ये पुत्र दा देहांत हो गया, इंतकाल हो गया, अकाल चलाना हो गया। इन्हां दी घरवाली जड़ी है इतनी वो करलाउंदी है, विरलाप करदी है कि ओदा दुख ओदा विरलाप झलिया नहीं जाता। संबंधी बड़े रोए, भाईचारा बड़ा रोया, पर जुनैद बगदादी फकीर दियां अखां विचों एक भी हंझू नहीं करिया। बच्चे नूं चुकिया मैयत विच लोग शामिल होए, कबर पुट्टी, उन्होंने दफन किया, वापस घर परते। संबंधी आपो अपने घरां नूं चले गए। रात पई, जुनैद फकीर दी घरवाली कहन लगी, पति देव एक शिकवा है तुहाडे नाल। कहन लगे कैसा? कहो। कहन लगी कि पुत्र दे नाल प्यार कोई नहीं सी तुहाडा? पहलां ते बहुत उहनूं लाड लड़ाउंदे रहे बचपन विच, जवान पुत्र मारिया गया, मर गया, तुहाडियां अखां चों एक हंझू नहीं गिरिया। लगदा पुत्र दी ममता तुहाडे अंदर नहीं है, मर चुकी है। फकीर कहन लगे नहीं, चलिए ऐसा नहीं, गल कुछ होर है। कहन लगी की होर है, मैनू भी समझाओ बात। कहन लगे सच्चाई समझ आ गई है जिंदगी दी, जीवन दी, इसलिए अखां विचों हंझू नहीं आया। कहन लगी कैसी सच्चाई? कहंदे सुन भलीए, तेरा ते मेरा अल्लाह ताला ने रिश्ता जोड़िया।
14 ਵਰੇ ਆਪਾਂ ਸੰਤਾਨ ਤੋਂ ਹੀਣੇ ਰਹੇ, ਕੋਈ ਆਪਾਂ ਨੂੰ ਦਾਤ ਪ੍ਰਾਪਤ ਨਹੀਂ ਹੋਈ। 14 ਵਰਿਆਂ ਤੋਂ ਬਾਅਦ ਸ਼ਾਇਦ ਅੱਲਾਹ ਤਾਲਾ ਨੂੰ ਤਰਸ ਆਇਆ ਬਈ ਇਹਨਾਂ ਨੂੰ ਪੁੱਤਰ ਚਾਹੀਦਾ, ਇਹਨਾਂ ਦੀ ਇੱਛਾ ਹੈ। ਉਹਨੇ ਆਪਣੀ ਇੱਛਾ ਪੂਰੀ ਕੀਤੀ। ਅੱਲਾਹ ਤਾਲਾ ਨੇ ਇੱਕ ਖਿਡੌਣਾ ਦਿੱਤਾ ਮੈਨੂੰ ਤੇ ਤੈਨੂੰ ਖੇਡਣ ਦੇ ਲਈ, ਬਈ ਲਓ ਕੁਝ ਸਮਾਂ ਦਿਲ ਬਹਿਲਾਓ, ਇਸ ਪੁੱਤਰ ਰੂਪੀ ਖਿਡੌਣੇ ਨਾਲ ਖੇਡੋ। 18 ਸਾਲ ਤੱਕ ਖੁਦਾਵੰਦ ਕਰੀਮ ਨੇ ਮੌਕਾ ਦਿੱਤਾ ਮੈਨੂੰ ਤੇ ਤੈਨੂੰ ਉਸ ਪੁੱਤਰ ਰੂਪੀ ਖਿਡੌਣੇ ਨਾਲ ਖੇਡਣ ਦੇ ਲਈ। ਤੇ ਝੱਲੀਏ ਜਿਹੜੇ ਖਿਡੌਣੇ ਹੁੰਦੇ ਨੇ ਨਾ, ਅਕਸਰ ਟੁੱਟ ਜਾਇਆ ਕਰਦੇ ਨੇ। ਖਿਡੌਣਾ ਅੱਜ ਟੁੱਟ ਗਿਆ ਤੇ ਰੋਣਾ ਕਾਹਦਾ, ਇਹ ਤੇ ਹੋਣਾ ਹੀ ਸੀ। ਇੱਕ ਦਿਨ ਤੇ ਖਿਡੌਣੇ ਨੇ ਟੁੱਟਣਾ ਹੀ ਸੀ। ਇਸ ਲਈ ਜੀਵਨ ਦਾ ਰਹੱਸ, ਜ਼ਿੰਦਗੀ ਦਾ ਤੱਤ ਸਮਝ ਆ ਗਿਆ ਬਈ ਜਿੱਥੇ ਖੁਸ਼ੀ ਹੈ ਉਥੇ ਗਮੀ ਹੈ, ਜਿੱਥੇ ਸੁੱਖ ਹੈ ਉਥੇ ਦੁੱਖ ਹੈ, ਜਿੱਥੇ ਦਿਨ ਹੈ ਉਥੇ ਰਾਤ ਹੈ, ਜਿੱਥੇ ਮਿਲਾਪ ਹੈ ਉਥੇ ਵਿਛੋੜਾ ਵੀ ਤੇ ਹੈ। ਇਹ ਵਿਛੋੜਾ ਪਿਆ, ਆਪਾਂ ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲਈਏ, ਇਹਦੇ ਵਿੱਚ ਆਪਣਾ ਭਲਾ ਏ। ਔਰ ਜ਼ੁਨੈਦ ਫਕੀਰ ਨੇ ਦੂਸਰਾ ਬਚਨ ਕੀਤਾ, ਕਹਿਣ ਲੱਗੇ ਝੱਲੀਏ ਆਪਾਂ 18 ਸਾਲ ਤੱਕ ਸੁਪਨਾ ਵੇਖਦੇ ਰਹੇ, ਸੁਪਨਾ ਬਈ ਇਹ ਪੁੱਤਰ ਸਾਡਾ ਹੈ। ਅੱਜ ਸੁਪਨਾ ਟੁੱਟ ਗਿਆ ਤੇ ਝੱਲੀਏ ਸੁਪਨੇ ਕਦੇ ਸੱਚ ਨਹੀਂ ਹੋਇਆ ਕਰਦੇ, ਸੁਪਨਾ ਝੂਠ ਹੁੰਦਾ। ਇਸ ਲਈ ਸੁਪਨਾ ਝੂਠ ਹੈ, ਸੰਸਾਰ ਝੂਠ ਹੈ। ਇਹ ਸਾਰੇ ਸੰਬੰਧ ਇੱਕ ਸੁਪਨੇ ਦੀ ਨਿਆਈ ਨੇ, ਇਹ ਸਾਰਾ ਜਗਤ ਇੱਕ ਸੁਪਨੇ ਦੀ ਨਿਆਈ ਹੈ। ਤੇ ਸੁਪਨਾ ਟੁੱਟ ਗਿਆ ਤੇ ਰੋਣਾ ਕਾਹਦਾ, ਦੁੱਖ ਕਾਹਦਾ। ਜਿਵੇਂ ਪਹਿਲਾਂ ਸਾਂ ਤਿਵੇਂ ਫਿਰ ਹੋ ਗਏ। ਆਪਾਂ ਖੁਦਾ ਦੇ ਭਾਣੇ ਨੂੰ ਮੰਨੀਏ, ਉਹਦੀ ਰਜ਼ਾ ਵਿੱਚ ਰਹੀਏ, ਉਹਦੀ ਰਜ਼ਾ ਨੂੰ ਪ੍ਰਵਾਨ ਕਰ ਲਈਏ। ਇਹਦੇ ਵਿੱਚ ਹੀ ਆਪਣਾ ਤੇਰਾ ਤੇ ਮੇਰਾ ਭਲਾ ਹੈ। ਸੋ ਹੈ ਭਾਣਾ ਮੰਨਣਾ ਬੜਾ ਔਖਾ, ਬੜਾ ਡਾਢਾ ਏ, ਪਰ ਇਹ ਤੋਂ ਬਿਨਾਂ ਸਾਧ ਸੰਗਤ ਚਾਰਾ ਵੀ ਕੋਈ ਨਹੀਂ। ਅੱਜ ਇਸੇ ਲਈ ਆਪ ਸਭ ਪਰਿਵਾਰ ਸੰਬੰਧੀ ਭਾਈਚਾਰਾ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਬੈਠੇ ਹੋ। ਇਹੀ ਅਰਦਾਸ ਹੋਣੀ ਹੈ। ਜਦੋਂ ਅਰਦਾਸ ਵਿੱਚ ਇਹ ਬੋਲਿਆ ਜਾਣਾ, ਮਹਾਰਾਜ ਹੁਣ ਤੁਸੀਂ ਰਹਿਮਤ ਕਰੋ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰੋ, ਕਿਉਂਕਿ ਇਹ ਤੋਂ ਬਿਨਾਂ ਚਾਰਾ ਕੋਈ ਨਹੀਂ। ਇਹੀ ਅਰਦਾਸ ਹੈ। ਸੋ ਮਹਾਰਾਜ ਕਹਿੰਦੇ ਜਿਸ ਠਾਕੁਰ ਸਿਉ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਇੱਕ ਫਕੀਰ ਹੋਏ ਸਾਧ ਸੰਗਤ ਹਸਨ ਬਸਰੀ, ਇਹ ਬਸਰੇ ਦੇ ਰਹਿਣ ਵਾਲੇ ਸਨ। ਹਸਨ ਇਹਨਾਂ ਦਾ ਨਾਮ ਸੀ। ਹਸਨ ਬਸਰੀ ਫਕੀਰ ਤੋਂ ਇੱਕ ਫਕੀਰਾਂ ਦੀ ਸੰਪਰਦਾ ਜਿਹੜੀ ਹੈ ਸਾਹਮਣੇ ਆਈ। ਉਸ ਸੰਪਰਦਾ ਦਾ ਨਾਮ ਹੈ ਬੇਨਵਾ। ਫਕੀਰਾਂ ਦੀ ਇੱਕ ਸੰਪਰਦਾ, ਉਹਦਾ ਨਾਮ ਹੈ ਬੇਨਵਾ। ਔਰ ਬੇਨਵਾ ਸੰਪਰਦਾ ਦੇ ਫਕੀਰ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਕਲਗੀਧਰ ਪਾਤਸ਼ਾਹ ਤੱਕ ਮਹਾਰਾਜ ਦੇ ਚਰਨਾਂ ਵਿੱਚ ਆਉਂਦੇ ਰਹੇ। ਇਤਿਹਾਸ ਗਵਾਹ ਹੈ, ਜਦੋਂ ਗੁਰੂ ਕਲਗੀਧਰ ਪਾਤਸ਼ਾਹ ਜੀ ਸਾਬੋ ਕੀ ਤਲਵੰਡੀ ਤੋਂ ਨੰਦੇੜ ਵੱਲ ਨੂੰ ਕੂਚ ਕਰਦੇ ਨੇ, ਉਸ ਸਮੇਂ ਮਹਾਰਾਜ ਜੀ ਦੀ ਸੰਗਤ ਵਿੱਚ ਬੇਨਵਾ ਫਕੀਰਾਂ ਦਾ ਇੱਕ ਟੋਲਾ ਸੀ। ਔਰ ਉਹ ਜਿਹੜਾ ਟੋਲਾ ਸੀ ਫਕੀਰਾਂ ਦਾ, ਰਸਤੇ ਵਿੱਚ ਉਹਨਾਂ ਨੇ ਮਹਾਰਾਜ ਸਾਹਿਬ ਤੋਂ ਆਗਿਆ ਲਈ। ਫਿਰ ਗੁਰਦੇਵ ਪਿਤਾ ਨੰਦੇੜ ਦੀ ਧਰਤੀ 'ਤੇ ਗਏ।
ਬੇਨਵਾ ਇੱਕ ਫਕੀਰ ਦਾ ਕਤਲ ਦਿੱਲੀ ਦੀ ਧਰਤੀ ਦੇ ਉੱਪਰ ਪਾਲਕ ਅਜੀਤ ਸਿੰਘ ਨੇ ਕੀਤਾ, ਜਿਹਨੂੰ ਗੁਰੂ ਕੇ ਮਹਿਲਾ ਨੇ ਬਾਬਾ ਅਜੀਤ ਸਿੰਘ ਜੀ ਦੀ ਤਰ੍ਹਾਂ ਪਾਲਿਆ ਸੀ। ਔਰ ਜਿਹੜੇ ਬੁਰਹਾਨਪੁਰ ਦੇ ਰਹਿਣ ਵਾਲੇ ਸਨ ਪਾਲਕ ਅਜੀਤ ਸਿੰਘ ਜੀ, ਜਦੋਂ ਉਸ ਫਕੀਰ ਦਾ ਕਤਲ ਪਾਲਕ ਅਜੀਤ ਸਿੰਘ ਦੇ ਹੱਥੋਂ ਹੋਇਆ ਤਾਂ ਫਿਰ ਧੰਨ ਮਾਤਾ ਸੁੰਦਰ ਕੌਰ ਜੀ ਨੇ ਕਹਿ ਦਿੱਤਾ ਸੀ, ਜਾ ਹੁਣ ਤੂੰ ਮੇਰੇ ਮੱਥੇ ਨਾ ਲੱਗੀ, ਕਿਉਂਕਿ ਉਹ ਫਕੀਰ ਦੇ ਕਤਲ ਦਾ ਇਲਜ਼ਾਮ ਤੇਰੇ ਉੱਪਰ ਆਇਆ ਹੈ। ਇਹ ਬੇਨਵਾ ਸੰਪਰਦਾ ਦਾ ਤਾਲੁਕ ਗੁਰੂ ਨਾਨਕ ਦੇ ਘਰ ਦੇ ਨਾਲ ਰਿਹਾ, ਇਤਿਹਾਸ ਗਵਾਹ ਹੈ। ਇਸ ਸੰਪਰਦਾ ਦੇ ਜਿਹੜੇ ਬਾਨੀ ਹੋਏ ਉਹ ਹੋਏ ਫਕੀਰ ਹਸਨ ਬਸਰੀ। ਫਕੀਰ ਹਸਨ ਬਸਰੀ ਜੀ ਦੀ ਜਿਹੜੀ ਮਾਤਾ ਸੀ ਉਹ ਇਸਲਾਮ ਦੇ ਬਾਨੀ ਪੈਗੰਬਰ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਜਿਹੜੀ ਧੀ ਹੋਈ ਹੈ ਬੀਬੀ ਫਾਤਮਾ ਜੀ। ਬੀਬੀ ਫਾਤਮਾ ਦੀ ਉਹ ਕਨੀਜ਼ ਸੀ, ਗੋਲੀ ਸੀ, ਦਾਸੀ ਸੀ। ਹਸਨ ਬਸਰੀ ਦੀ ਅੰਮੀ ਉਹਨਾਂ ਦੀ ਮਾਤਾ। ਬਚਪਨ ਵਿੱਚ ਇੱਕ ਪੈਗੰਬਰ ਦੀ ਗੋਦ ਦਾ ਨਿੱਘ ਔਰ ਉਹਨਾਂ ਦੀ ਧੀ ਦੀ ਗੋਦ ਦਾ ਨਿੱਘ ਇਸ ਹਸਨ ਬਸਰੀ ਫਕੀਰ ਨੂੰ ਪ੍ਰਾਪਤ ਹੋਇਆ। ਇਹ ਵੱਡੇ ਹੋਏ, ਯਾਤਰਾ 'ਤੇ ਸਨ। ਇੱਕ ਥਾਂ 'ਤੇ ਜਾ ਕੇ ਇਹਨਾਂ ਦੇ ਕਦਮ ਰੁਕ ਜਾਂਦੇ ਨੇ, ਬਹੁਤ ਇਕੱਠ ਹੈ। ਫਕੀਰ ਥੋੜ੍ਹੇ ਅੱਗੇ ਵਧੇ, ਕੀ ਵੇਖਦੇ ਨੇ ਇੱਕ ਤੰਬੂ ਲੱਗਿਆ ਹੋਇਆ ਹੈ। ਉਸ ਤੰਬੂ ਦੇ ਅੰਦਰ ਪਹਿਲਾਂ ਇੱਕ ਫੌਜਾਂ ਦਾ ਜਰਨੈਲ ਜਾਂਦਾ ਹੈ, ਕੁਝ ਸਮੇਂ ਤੋਂ ਬਾਅਦ ਬਾਹਰ ਆਉਂਦਾ ਹੈ। ਬਾਹਰ ਆ ਕੇ ਹੱਥ ਖੜੇ ਕਰ ਦਿੰਦਾ ਹੈ, ਸਿਰ ਮਾਰ ਦਿੰਦਾ ਹੈ। ਨਹੀਂ, ਹਸਨ ਬਸਰੀ ਬੜੇ ਹੈਰਾਨ ਹੋਏ ਬਈ ਅੰਦਰ ਕੌਣ ਹੈ ਔਰ ਬਾਹਰ ਆ ਕੇ ਇਹਦੇ ਹੱਥ ਕਿਉਂ ਖੜੇ ਹੋ ਗਏ। ਹੈਰਾਨੀ ਵੱਧ ਗਈ। ਫਿਰ ਜਦੋਂ ਕੁਝ ਤਬੀਬ ਲੋਕ, ਹਕੀਮ ਲੋਕ ਅੰਦਰ ਗਏ ਤੰਬੂ ਦੇ, ਵਾਪਸ ਆਏ, ਉਹਨਾਂ ਦੇ ਹੱਥ ਖੜੇ ਹੋ ਗਏ, ਸਿਰ ਮਾਰ ਦਿੱਤਾ ਵੀ ਨਹੀਂ। ਫਿਰ ਕੁਝ ਅਪਸਰਾਵਾਂ ਦੀ ਤਰ੍ਹਾਂ ਜਿਹੜੀਆਂ ਬੀਬੀਆਂ ਸਨ, ਜਿਨ੍ਹਾਂ ਦੇ ਰੰਗ ਰੂਪ ਤੰਬੂ ਦੇ ਵਿੱਚ ਗਈਆਂ, ਵਾਪਸ ਆਈਆਂ, ਹੱਥ ਖੜੇ ਹੋ ਗਏ, ਸਿਰ ਹਿਲਾਉਂਦੀਆਂ ਨੇ ਵੀ ਨਹੀਂ। ਹਸਨ ਬਸਰੀ ਅੱਗੇ ਵਧੇ, ਕਹਿਣ ਲੱਗੇ ਮਾਜਰਾ ਕਿਆ ਹੈ, ਗੱਲ ਕੀ ਹੈ, ਤੰਬੂ ਵਿੱਚ ਕੀ ਹੈ। ਕਹਿਣ ਲੱਗੇ ਫਕੀਰ ਸਾਈਂ, ਇਕਲੌਤਾ ਪੁੱਤਰ ਬਾਦਸ਼ਾਹ ਦਾ ਚੜ੍ਹਾਈ ਕਰ ਗਿਆ, ਉਹਦੀ ਲਾਸ਼ ਪਈ ਹੈ ਤੰਬੂ ਦੇ ਅੰਦਰ। ਕਹਿਣ ਲੱਗੇ ਫਿਰ ਜਿਹੜਾ ਬਾਹਰ ਆਉਂਦਾ ਹੱਥ ਖੜੇ ਕਰਦਾ, ਸਿਰ ਮਾਰਦਾ, ਇਹ ਕੀ ਇਸ਼ਾਰਾ ਹੈ। ਕਹਿਣ ਲੱਗੇ ਸੁਣੋ ਫਕੀਰ ਸਾਈਂ, ਪਹਿਲਾਂ ਫੌਜਾਂ ਦਾ ਜਰਨੈਲ ਅੰਦਰ ਗਿਆ ਔਰ ਉਹਨੇ ਜਾ ਕੇ ਕਿਹਾ, ਰਾਜਕੁਮਾਰ ਜੇ ਤੈਨੂੰ ਜਿਉਂਦਾ ਰੱਖਿਆ ਜਾ ਸਕਦਾ ਸੀ ਹਥਿਆਰਾਂ ਦੇ ਬਲ ਸਦਕਾ, ਤੇ ਮੈਂ ਜਰਨੈਲ ਹਾਂ ਫੌਜਾਂ ਦਾ, ਮੈਂ ਤੈਨੂੰ ਮਰਨ ਨਾ ਦਿੰਦਾ। ਬਾਹਰ ਆਇਆ, ਉਹਨੇ ਇਸ਼ਾਰਾ ਕੀਤਾ, ਹੈ ਖੁਦਾਵੰਦ ਕਰੀਮ, ਤੇਰੇ ਅੱਗੇ, ਤੇਰੀ ਰਜ਼ਾ ਦੇ ਅੱਗੇ, ਤੇਰੇ ਭਾਣੇ ਦੇ ਅੱਗੇ ਸਭ ਦੇ ਹੱਥ ਖੜੇ ਹੋ ਜਾਂਦੇ ਨੇ। ਅਸੀਂ ਵੀ ਤੇਰੇ ਭਾਣੇ ਨੂੰ ਕਬੂਲ ਕਰਦੇ ਹਾਂ। ਮੌਤ ਦੇ ਅੱਗੇ, ਤੇਰੇ ਅੱਗੇ, ਤੇਰੇ ਹੁਕਮ ਦੇ ਅੱਗੇ ਕਿਸੇ ਦਾ ਜ਼ੋਰ ਕੋਈ ਨਹੀਂ ਚੱਲਦਾ। ਫਿਰ ਇਹ ਹਕੀਮ ਲੋਕ ਗਏ, ਇਹ ਕਹਿਣ ਲੱਗੇ ਰਾਜਕੁਮਾਰ ਅਗਰ ਦਵਾ ਬੂਟੀ ਨਾਲ ਤੇਰੀ ਜਾਨ ਬਚਾਈ ਜਾ ਸਕਦੀ ਸੀ ਤੇ ਸਾਡੇ ਕੋਲ ਬੜੇ ਨੁਸਖੇ ਨੇ ਦਵਾਈਆਂ ਦੇ, ਪਰ ਇੱਕ ਵੀ ਦਵਾ ਕੰਮ ਨਾ ਆਈ, ਇਸ ਲਈ ਸਾਨੂੰ ਬਖਸ਼ਣਾ, ਅਸੀਂ ਤੇਰੀ ਜਾਨ ਨਹੀਂ ਬਚਾ ਸਕੇ, ਕਿਉਂਕਿ ਖੁਦਾ ਦੇ ਜ਼ੋਰ ਦੇ ਅੱਗੇ ਕਿਸੇ ਦਾ ਜ਼ੋਰ ਕੋਈ ਨਹੀਂ ਚੱਲਦਾ, ਕਿਸੇ ਦੀ ਪੇਸ਼ ਕੋਈ ਨਹੀਂ ਚੱਲਦੀ। ਫਿਰ ਇਹ ਅਪਸਰਾਵਾਂ ਦੀ ਤਰ੍ਹਾਂ ਜਿਨ੍ਹਾਂ ਦੇ ਰੰਗ ਰੂਪ ਨੇ ਬੀਬੀਆਂ ਗਈਆਂ,
कहन लगियां, राजकुमार अगर तेरी मौत बख्शाई जा सकती सी हुसन दे जलवे विखा के, तो साढ़े कोले सारा कुछ मौजूद है, पर अल्लाह दे अगे किसी का जोर नहीं चलता, मौत दे अगे किसी की पेश नहीं जाती, इसलिए सानू बख्शना साढ़े भी हथ खड़े ने। जदों हसन बसरी ने ये बोल सुने, कहते इतने बैराग विच आप जी गए कि 70 साल सिजदे दे विच ही रहे और उहदे भाणे दे विच रहे, उहदी रज़ा विच रहे, उहदी इबादत विच रहे। मीरी पीरी दे मालिक सच्चे पातशाह जिन्हां दा अज गुरता गद्दी गुरपुरब समुची कौम मना रही है, महाराज जी का इतिहास पढ़िए साध संगत, तो गुरु के इतिहास को पढ़द्या ये बात सामने आती है बई 3 दिनों दे विच 5 शरीरां दा विछोड़ा पिया। 6वें पातशाह के परिवार विच महाराज जी दे महल ते साडे तुहाडे सत्कारयोग माता धन माता दमोदरी जी अकाल चलाना कर गए। संस्कार करके वापस आए ने, खबर पहुँचती है महाराज माता दमोदरी जी दे माता पिता जी का अकाल चलाना हो गया। संस्कार करन गए, वापस आउंदे ने ते पता चलदा आप जी दे सांढू भाई साईं दास जी और माता दमोदरी जी की सकी भैन बीबी रामो जी अकाल चलाना कर गए। 3 दिनां विच 5 शरीरां दा विछोड़ा पवे गुरु के परिवार विच सुभावक है। बड़ियां संगतां दा जुड़ना महाराज दे चरनां विच। कुछ संगतां ने अर्ज की, पातशाह बहुत बड़ा भाणा वरत गया है गुरु दे परिवार दे उपर। 3 दिनां विच 5 जी चले गए ते महाराज संगत नूं हुक्म कोई उपदेश सतगुरु ने उत्थे बचन जो कीते, गुर बिलास पातशाही 6वीं विच अंकित ने। महाराज दे उत्थे बचन ने, मिलवे तो हरखे ना प्राणी, विछड़े ते सोग करे ना ज्ञानी। सतगुरु कहते जदों कोई चीज़ मिले बहुता खुश नहीं होना चाहिए, क्योंकि जिहड़ी चीज़ मिली है एक दिन इहदा खुशना सुभावक है। किसे दा मिलना होया विछोड़ा तय है। 2 चीज़ां परमात्मा 2 चीज़ां दी कार चलाउंदे ने। जपजी साहिब दे विच आपां रोज़ाना पढ़दे हां सुनदे हां, संजोग विजोग 2 कार चलाव है। एक संजोग मिलाप, एक विजोग विछोड़ा। दोवें चीज़ां रब दे हथ वस ने। और धुर दरगाह तो जदों साडा तुहाडा जन्म जे नहीं सी होया, उस तो पहला 2 लेख साडे तुहाडे मत्थे उपर रब ने लिख दिते। इतना समा संजोग है, उस तो बाद विछोड़े का पैना तय है, सुभावक है। जिमें जेड़ा जन्मे है, गुरु कहते जो जन्मै सो जानहो मूआ। जेड़ा जमे है भाई जानना करो ने एक दिन मरना भी है। जिथे जन्म है उथे मरण है, जिथे मिलाप है उथे विछोड़े ने पैना ही पैना। इनू कोई नहीं रोक सकता। और दुनिया विच ऐसा कोई परिवार नहीं जिहदे परिवार दे विच कदे विछोड़ा ना पिया होवे।
ਸੰਸਾਰ ਦੇ ਅੰਦਰ ਕੋਈ ਐਸਾ ਘਰ ਵਿਖਾ ਦਿਓ ਜਿਹਦੇ ਵਿੱਚੋਂ ਜੀਵਾਂ ਨੇ ਤੁਰਨਾ ਨਾ ਕੀਤਾ ਹੋਵੇ, ਜਿਹੜੇ ਘਰ ਵਿੱਚ ਕਦੇ ਮੌਤ ਨਾ ਹੋਈ ਹੋਵੇ। ਵਿਖਾਓ ਤੇ ਸਹੀ ਜਰਾ, ਦੁਨੀਆ ਦੇ ਅੰਦਰ ਕੋਈ ਐਸਾ ਘਰ ਹੈ, ਕੋਈ ਐਸਾ ਪਰਿਵਾਰ ਹੈ? ਬਿਲਕੁਲ ਵੀ ਨਹੀਂ। ਕਿਉਂਕਿ ਮਹਾਰਾਜ ਕਹਿੰਦੇ ਜੋ ਜਨਮੈ ਸੋ ਜਾਨਹੁ ਮੂਆ। ਇਸ ਲਈ ਸਾਹਿਬ ਸੱਚੇ ਪਾਤਸ਼ਾਹ ਨੇ ਉਥੇ ਵਚਨ ਕੀਤੇ, ਮਿਲਵੇ ਤੋ ਹਰਖੇ ਨਾ ਪ੍ਰਾਣੀ, ਵਿਛੜੇ ਤੇ ਸੋਗ ਕਰੇ ਨਾ ਗਿਆਨੀ। ਮਹਾਰਾਜ ਕਹਿੰਦੇ ਜਿਹੜੀ ਚੀਜ਼ ਮਿਲੀ ਹੈ ਨਾ, ਇੱਕ ਦਿਨ ਉਹਨੇ ਵਿਛੜਨਾ ਹੈ। ਤੁਸੀਂ ਮਿਲਾਪ ਵਿੱਚ ਤੇ ਵਿਛੋੜੇ ਵਿੱਚ ਮੇਰੇ ਸਿੱਖੋ ਉਹਦੇ ਭਾਣੇ ਨੂੰ ਕਬੂਲ ਕਰੋ, ਉਹਦੀ ਰਜ਼ਾ ਨੂੰ ਪ੍ਰਵਾਨ ਕਰੋ, ਔਰ ਤੁਹਾਡੀ ਬਿਰਤੀ ਇੱਕ ਰਸ ਹੋਵੇ ਮਿਲਾਪ ਤੇ ਵਿਛੋੜੇ ਦੇ ਅੰਦਰ। ਮੀਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਪੁੱਤਰ ਬਾਬਾ ਅਟਲ ਰਾਏ ਜੀ ਗੁਰੂ ਦੇ ਭਾਣੇ ਵਿੱਚ ਅਕਾਲ ਚਲਾਣਾ ਕਰ ਗਏ। ਸੰਗਤ ਬੈਠੀ ਹੈ ਬਹੁਤ। ਸਾਈਂ ਦਾਸ ਜੀ ਕੋਲ ਬੈਠੇ ਨੇ। ਸਾਈਂ ਦਾਸ ਜੀ ਨੇ ਸੁਭਾਵਕ ਮਹਾਰਾਜ ਜੀ ਨੂੰ ਬੇਨਤੀ ਕੀਤੀ, ਪਾਤਸ਼ਾਹ ਬਹੁਤ ਲਾਡਲਾ ਸਪੁੱਤਰ ਸੀ ਬਾਬਾ ਅਟਲ ਰਾਏ ਜੀ, ਅਕਾਲ ਚਲਾਣਾ ਕਰ ਗਏ, ਤੁਹਾਡੇ ਮਨ 'ਤੇ ਕੀ ਗੁਜ਼ਰਦੀ ਹੈ ਅੱਜ? ਇਹ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ, ਸਾਈਂ ਦਾਸ ਜ਼ਮੀਨ ਉੱਪਰ ਲਕੀਰ ਖਿੱਚੋ। ਸਾਈਂ ਦਾਸ ਜੀ ਬੜੇ ਹੈਰਾਨ ਹੋਏ ਵੀ ਮਹਾਰਾਜ ਨੂੰ ਮੈਂ ਅਰਜ਼ ਕੀਤੀ ਹੈ ਵੀ ਮਹਾਰਾਜ ਤੁਹਾਡਾ ਲਾਡਲਾ ਸਪੁੱਤਰ ਦੁਨੀਆ ਤੋਂ ਤੁਰ ਗਿਆ, ਤੁਹਾਡੇ ਮਨ ਦੀ ਕੀ ਅਵਸਥਾ ਹੈ, ਕੀ ਗੁਜ਼ਰ ਰਹੀ ਹੈ ਮਨ ਉੱਪਰ? ਤੇ ਗੁਰੂ ਦੀ ਰਮਜ਼ ਕਿਆ ਹੈ? ਗੁਰੂ ਕਹਿੰਦੇ ਜ਼ਮੀਨ 'ਤੇ ਲਕੀਰ ਖਿੱਚੋ। ਆਖਿਆ ਸਤ ਬਚਨ ਮਹਾਰਾਜ, ਲਕੀਰ ਖਿੱਚੀ। ਸਤਿਗੁਰੂ ਕਹਿੰਦੇ ਸਾਈਂ ਦਾਸ ਖਿੱਚੀ ਹੋਈ ਲਕੀਰ ਨੂੰ ਢਾਹ ਦਿਓ, ਮੇਟ ਦਿਓ। ਢਾਹ ਦਿੱਤੀ ਲਕੀਰ ਸਤ ਬਚਨ ਕਹਿ ਕੇ। ਮਹਾਰਾਜ ਕਹਿੰਦੇ ਸਾਈਂ ਦਾਸ ਸਵਾਲ ਮੈਂ ਕਰਦਾ, ਜਵਾਬ ਤੁਸੀਂ ਦਿਓ। ਜਦੋਂ ਤੁਸੀਂ ਜ਼ਮੀਨ ਉੱਪਰ ਲਕੀਰ ਖਿੱਚੀ ਤੁਹਾਡੇ ਮਨ 'ਤੇ ਕੀ ਗੁਜ਼ਰੀ? ਸਾਈਂ ਦਾਸ ਕਹਿੰਦੇ ਮਹਾਰਾਜ ਮੇਰੇ ਮਨ 'ਤੇ ਕਿਆ ਗੁਜ਼ਰਨੀ ਸੀ? ਗੁਰੂ ਕਹਿੰਦੇ ਕਿਉਂ? ਆਖਿਆ ਜੀ ਮੈਂ ਤੁਹਾਡਾ ਸੇਵਕ, ਮੈਂ ਤੁਹਾਡਾ ਸਿੱਖ, ਮੇਰਾ ਮੁਰਸ਼ਦ ਮੇਰਾ ਗੁਰੂ ਮੈਨੂੰ ਹੁਕਮ ਕਰੇ ਲਕੀਰ ਖਿੱਚੋ, ਮੈਂ ਤੇ ਗੁਰੂ ਦੇ ਹੁਕਮ ਨੂੰ ਮੰਨਣਾ ਹੈ। ਲਕੀਰ ਖਿੱਚ ਦਿੱਤੀ। ਮਹਾਰਾਜ ਕਹਿੰਦੇ ਦੂਸਰਾ ਸਵਾਲ, ਖਿੱਚੀ ਹੋਈ ਲਕੀਰ ਨੂੰ ਜਦੋਂ ਤੁਸੀਂ ਆਪਣੇ ਹੱਥੀਂ ਮੇਟਿਆ ਤੁਹਾਡੇ ਮਨ 'ਤੇ ਕੀ ਗੁਜ਼ਰੀ? ਸਾਈਂ ਦਾਸ ਆਖਿਆ ਮਹਾਰਾਜ ਕੀ ਗੁਜ਼ਰਨੀ ਸੀ ਮਨ 'ਤੇ? ਗੁਰੂ ਦੇ ਹੁਕਮ ਵਿੱਚ ਲਕੀਰ ਖਿੱਚੀ, ਗੁਰੂ ਦੇ ਹੁਕਮ ਵਿੱਚ ਲਕੀਰ ਢਾਹ ਦਿੱਤੀ। ਇਹਦੇ ਵਿੱਚ ਮੇਰਾ ਕੀ ਹੈ? ਮੈਂ ਤੇ ਤੁਹਾਡਾ ਹੁਕਮੀ ਬੰਦਾ ਹਾਂ, ਤੁਹਾਡੇ ਭਾਣੇ ਵਿੱਚ ਰਹਿਣ ਵਾਲਾ, ਤੁਹਾਡਾ ਸੇਵਕ ਹਾਂ, ਸਿੱਖ ਹਾਂ। ਮਹਾਰਾਜ ਕਹਿੰਦੇ ਸਾਈਂ ਦਾਸ ਆਕਾਸ਼ ਵੱਲ ਤੱਕੋ, ਇਹ ਬ੍ਰਹਿਮੰਡ ਦਾ ਨਕਸ਼ਾ, ਇਹਦੇ ਉੱਪਰ ਅਟਲ ਰਾਏ ਵਰਗੇ ਪਰਮਾਤਮਾ ਨੇ ਵੇਖੋ ਕਿੰਨੀਆਂ ਲਕੀਰਾਂ ਖਿੱਚੀਆਂ ਨੇ। ਤਮਾਮ ਜਿਤਨੇ ਜੀਵ ਨੇ ਰੱਬ ਆਪਣੀ ਰਜ਼ਾ ਵਿੱਚ ਆਪਣੇ ਹੁਕਮ ਵਿੱਚ ਲਕੀਰਾਂ ਖਿੱਚਦਾ, ਜਨਮ ਦਿੰਦਾ, ਅਤੇ ਜਦੋਂ ਉਹਦਾ ਜੀ ਚਾਹੁੰਦਾ ਆਪਣੀ ਖਿੱਚੀ ਲਕੀਰ ਨੂੰ ਆਪੇ ਢਾਹ ਦਿੰਦਾ। ਜਿਹਦਾ ਜਨਮ ਹੋਇਆ ਉਹਦੀ ਮੌਤ ਹੋ ਜਾਂਦੀ ਹੈ, ਕਿਉਂਕਿ ਇਹ ਸਭ ਹੁਕਮੀ ਦੇ ਹੁਕਮ ਦੀ ਖੇਡ ਹੈ। ਜਿਵੇਂ ਤੁਸੀਂ ਮੇਰੀ ਰਜ਼ਾ ਵਿੱਚ ਹੋ, ਇਸੇ ਤਰ੍ਹਾਂ ਗੁਰੂ ਹਰਗੋਬਿੰਦ ਵੀ ਅਕਾਲ ਪੁਰਖ ਦੇ ਭਾਣੇ ਵਿੱਚ ਹੈ, ਉਹਦੀ ਰਜ਼ਾ ਵਿੱਚ ਹੈ ਅੱਠੇ ਪਹਿਰ। ਔਰ ਮੇਰਾ ਇਹੀ ਉਪਦੇਸ਼ ਹੈ, ਪਹਿਲਾਂ ਵੀ ਇਹ ਉਪਦੇਸ਼ ਕੀਤਾ
ਪਹਿਲੇ ਜਾਮੇ ਤੋਂ ਹੁਣ ਵੀ ਉਪਦੇਸ਼ ਇਹ ਹੈ ਬਈ ਐ ਮੇਰੇ ਸਿੱਖੋ, ਹਰ ਹਾਲ ਵਿੱਚ ਉਹਦੇ ਭਾਣੇ ਨੂੰ ਪ੍ਰਵਾਨ ਕਰੋ, ਕਬੂਲ ਕਰੋ। ਇਹਦੇ ਵਿੱਚ ਹੀ ਭਾਈ ਤੁਹਾਡਾ ਭਲਾ ਹੈ। ਅਰਦਾਸ ਕਰੋ ਗੁਰੂ ਅੱਗੇ, ਮਹਾਰਾਜ ਸਾਨੂੰ ਆਪਣੇ ਭਾਣੇ ਨੂੰ ਮੰਨਣ ਦਾ ਬਲ ਬਖਸ਼ਿਸ਼ ਕਰੋ। ਸੋ ਜਗਤ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨੇ ਰਵਾਬ ਛੇੜ ਬਾਣੀ ਆਈ ਹੈ। ਉੱਥੇ ਮਹਾਰਾਜ ਜੀ ਨੇ ਪਹਿਲਾ ਸ਼ਬਦ ਉਚਾਰਨ ਕੀਤਾ, ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ। ਵਣਜਾਰਾ ਮਿੱਤਰ ਇੱਕ ਚੌਧਰੀ ਨੂੰ ਸੰਬੋਧਨ ਹੋ ਰਿਹਾ ਹੈ। ਇੱਕ ਮਨ ਨੂੰ ਵੀ ਮਹਾਰਾਜ ਨੇ ਵਣਜਾਰਾ ਮਿੱਤਰ ਕਹਿ ਕੇ ਸੰਬੋਧਨ ਕੀਤਾ ਹੈ। ਮਹਾਰਾਜ ਕਹਿੰਦੇ ਉਮਰ ਰੂਪੀ ਰਾਤ ਦਾ ਜਦੋਂ ਪਹਿਲਾ ਪਹਿਰ ਸ਼ੁਰੂ ਹੋਇਆ, ਇਹ ਵਣਜਾਰੇ ਮਿੱਤਰ ਸੁਣ, ਪਹਿਲੇ ਪਹਿਰ ਰੈਣ ਕੈ ਵਣਜਾਰਿਆ ਮਿੱਤਰਾ। ਹੁਕਮ ਪਿਆ ਗਰਭਾਸ, ਪਰਮਾਤਮਾ ਦੇ ਹੁਕਮ ਵਿੱਚ ਜੀਵ ਮਾਤਾ ਦੇ ਗਰਭ ਵਿੱਚ ਪਿਆ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਖਸਮ ਸੇਤੀ ਅਰਦਾਸ, ਇਹ ਵਣਜਾਰੇ ਮਿੱਤਰ। ਫਿਰ ਇਹ ਜਿਹੜਾ ਜੀਵ ਮਾਤਾ ਦੇ ਗਰਭ ਵਿੱਚ ਪੁੱਠਾ ਲਟਕਦਾ ਹੋਇਆ ਦਿਨ ਰਾਤ ਤਪ ਕਰ ਰਿਹਾ ਸੀ। ਤਪ ਕੋਈ ਮਨੁੱਖ, ਕੋਈ ਮਹਾਪੁਰਸ਼ ਕਿਸੇ ਨਗਰ, ਪਿੰਡ, ਬੀਆਵਾਨ, ਰੋਹੀ ਵਿੱਚ ਬਹਿ ਕੇ ਚੰਦ ਦਿਨ ਰੱਬ ਰੱਬ ਕਰੇ, ਉਹ ਜਗ੍ਹਾ ਨੂੰ ਅਸੀਂ ਤੁਸੀਂ ਕਹਿੰਦੇ ਹਾਂ ਤਪ ਅਸਥਾਨ, ਤਪੋ ਭੂਮੀ। ਔਰ ਉਹ ਜਗ੍ਹਾ ਮੁਬਾਰਕ ਹੋ ਜਾਂਦੀ ਹੈ, ਸਤਿਕਾਰਯੋਗ, ਪੂਜਣਯੋਗ ਹੋ ਜਾਂਦੀ ਹੈ। ਉਸ ਜਗ੍ਹਾ ਦੀ ਮਿੱਟੀ ਨੂੰ ਚੁੱਕ ਕੇ ਦੁਨੀਆ ਆਪਣੇ ਮਸਤਕ 'ਤੇ ਲਾਉਂਦੀ ਹੈ ਔਰ ਕਹਿੰਦੀ ਹੈ ਜਗ੍ਹਾ ਤਪ ਅਸਥਾਨ ਹੈ। ਗੁਰਬਾਣੀ ਦੇ ਅਨੁਸਾਰ ਹਰ ਔਰਤ ਜਦੋਂ ਮਾਂ ਬਣਦੀ ਹੈ ਤੇ ਉਹਦੇ ਗਰਭ ਦੇ ਅੰਦਰ ਪਲ ਰਿਹਾ ਬੱਚਾ, ਬੱਚੀ ਲਗਾਤਾਰ 9-10 ਮਹੀਨੇ ਪੁੱਠਾ ਲਟਕਦਾ ਤਪ ਕਰਦਾ। ਇੱਕ ਮਾਂ 2-4 ਬੱਚੇ, ਵੱਧ ਘੱਟ ਬੱਚੇ ਬੱਚੀਆਂ ਨੂੰ ਜਨਮ ਦਿੰਦੀ ਹੈ। ਮੰਨ ਲਓ ਇੱਕ ਮਾਤਾ ਨੇ 4 ਬੱਚੇ ਬੱਚੀਆਂ ਨੂੰ ਜਨਮ ਦਿੱਤਾ, 9 ਚੌਕਾ 36 ਮਹੀਨੇ ਤਪੱਸਿਆ ਮਾਤਾ ਦੀ ਦੇਹ ਰੂਪੀ ਧਰਤੀ ਵਿੱਚ ਹੋਈ। ਫਿਰ ਮਾਂ ਕੀ ਹੋਈ? ਮਾਂ ਇੱਕ ਚੱਲਦਾ ਫਿਰਦਾ ਤਪ ਅਸਥਾਨ ਹੈ। ਦੁਨੀਆ ਦੀ ਹਰ ਮਾਤਾ ਆਪਣੇ ਆਪ ਵਿੱਚ ਇੱਕ ਤਪੋ ਭੂਮੀ ਹੈ, ਇੱਕ ਚੱਲਦਾ ਫਿਰਦਾ ਅਸਥਾਨ ਹੋਇਆ ਕਰਦੀ ਹੈ। ਮਹਾਰਾਜ ਕਹਿੰਦੇ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਖਸਮ ਸੇਤੀ ਅਰਦਾਸ, ਤੇ ਮਾਲਕ ਦੇ ਚਰਨਾਂ ਦੇ ਵਿੱਚ ਮਾਲਕ ਦੇ ਨਾਲ ਇਹ ਜੀਵ ਅਰਦਾਸਾਂ ਕਰਦਾ ਸੀ, ਇਹ ਮੇਰੇ ਵਾਹਿਗੁਰੂ ਮੇਰੇ 'ਤੇ ਕਿਰਪਾ ਕਰੋ, ਮੇਰਾ ਜਨਮ ਕਰਾਓ, ਮੈਨੂੰ ਦੁਨੀਆ 'ਤੇ ਘੱਲੋ, ਮੈਂ ਸਵਾਸ ਸਵਾਸ ਤੁਹਾਡਾ ਸਿਮਰਨ ਕਰਾਂਗਾ ਉੱਥੇ ਜਾ ਕੇ ਵੀ। ਮਹਾਰਾਜ ਕਹਿੰਦੇ ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਪੁੱਠੇ ਲਟਕੇ ਦਾ ਧਿਆਨ ਲੱਗਿਆ ਸੀ, ਇਹਦੀ ਸੁਰਤ ਜੁੜੀ ਸੀ। ਜਦੋਂ ਜੰਮਿਆ ਤੇ ਸਿੱਧਾ ਹੋ ਗਿਆ ਤਾਂ ਵੀ ਇਹਦੀ ਸੁਰਤ ਹੁਣ ਪਰਮੇਸ਼ਰ ਨਾਲ ਨਹੀਂ ਜੁੜੀ। ਮਹਾਰਾਜ ਕਹਿੰਦੇ ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ। ਖਸਮ ਸੇਤੀ ਅਰਦਾਸ, ਖਸਮ ਸੇਤੀ ਅਰਦਾਸ ਵਖਾਣੈ, ਉਰਦ ਧਿਆਨ ਲਿਵ ਲਾਗਾ। ਨਾਮ ਰਜਾਦ ਆਇਆ ਕਲ ਭੀਤਰ, ਮਰਿਆਦਾ ਤੋਂ ਬਿਨਾ ਕਲਾ ਰੂਪੀ ਪਰਪੰਚ ਵਿੱਚ ਆਇਆ। ਨੰਗਾ ਆਇਆ ਤੇ ਨੰਗਾ ਹੀ ਦੁਨੀਆ ਤੋਂ ਤੁਰ ਗਿਆ। ਨਾਂਗੇ ਆਵਨ ਨਾਂਗੇ ਜਾਨਾ, ਕਉ ਨਾ ਰਹਿ ਰਾਜਾ ਰਾਣਾ।
नाम रजाद आया कल भीतर, बहुड़ जासी नांगा मुड़ नंगा ही जावेगा। की लेके आया जी? जैसी कलम वुड़ी है मस्तक, तैसी जी अड़े पास। जिहो जी कर्मा रूपी लिखत, परमात्मा ने अपनी कलम ਇਹਦੇ ਮੱਥੇ ਤੇ ਚਲਾ ਦਿੱਤੀ। ਤੈਸੇ ਕਰਮ ਲੈ ਕੇ, ਕਰਮਾ ਰੂਪੀ ਲਿਖਤ ਲੈ ਕੇ ਦੁਨੀਆ ਵਿੱਚ ਆਇਆ। ਜੈਸੀ ਕਲਮ ਵੁੜੀ ਹੈ ਮਸਤਕ, ਤੈਸੀ ਜੀ ਅੜੇ ਪਾਸ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੈ, ਹੁਕਮ ਪਿਆ ਗਰਭਾਸ। ਸਤਿਗੁਰੂ ਕਹਿੰਦੇ, ਹੈ ਨਾਨਕ ਅਸੀਂ ਆਖਦੇ ਹਾਂ, ਉਮਰ ਰੂਪੀ ਰਾਤ ਦੇ ਪਹਿਲੇ ਪਹਿਰ ਵਿੱਚ ਪਰਮਾਤਮਾ ਦੇ ਹੁਕਮ ਦੇ ਅੰਦਰ ਇਹ ਜੀਵ ਮਾਤਾ ਦੇ ਗਰਭ ਵਿੱਚ ਆ ਕੇ ਨਿਮਿਆ ਪਿਆ। ਦੂਜੇ ਪਹਿਰੇ ਰੈਣ ਕਹਿ ਵਣਜਾਰਿਆ ਮਿੱਤਰਾ। ਦੂਜਾ ਪਹਿਰ ਕਦੋਂ ਸ਼ੁਰੂ ਹੁੰਦਾ ਹੈ? ਉਮਰ ਰੂਪੀ ਰਾਤ ਦਾ, ਸਾਡੇ ਤੁਹਾਡੇ ਜਨਮ ਤੋਂ। ਮਹਾਰਾਜ ਕਹਿੰਦੇ ਦੂਜੇ ਪਹਿਰੇ ਰੈਣ ਕਹਿ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਜਨਮ ਲੈਂਦੇ ਦਾ ਹੀ ਧਿਆਨ ਪਰਮਾਤਮਾ ਦੇ ਨਾਲੋਂ ਵਿਸਰ ਗਿਆ। ਮਹਾਰਾਜ ਕਹਿੰਦੇ ਵਿੱਚੋਂ ਗਰਭੈ ਨਿਕਲ ਆਇਆ, ਖਸਮ ਵਿਸਾਰ ਦੁਨੀ ਜਿਤ ਲਾਇਆ। ਇਹ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਦੂਜੇ ਪਹਿਰੇ ਰੈਣ ਕਹਿ ਵਣਜਾਰਿਆ ਮਿੱਤਰਾ, ਵਿਸਰ ਗਿਆ ਧਿਆਨ। ਹੱਥੋਂ ਹੱਥ ਨਚਾਈਐ ਵਣਜਾਰਿਆ ਮਿੱਤਰਾ, ਜਿਉਂ ਜਸੁਦਾ ਘਰ ਕਾਨ। ਮਹਾਰਾਜ ਕਹਿੰਦੇ ਮੋਹ ਮਮਤਾ ਦਾ ਸਬਕ ਜੰਮਦੇ ਨੂੰ ਪੜ੍ਹਾ ਦਿੱਤਾ। ਹੱਥੋਂ ਹੱਥ ਇਸ ਜੀਵ ਨੂੰ ਨਚਾਉਣ ਲੱਗੇ। ਪਰਿਵਾਰ ਦੇ ਲੋਕ ਉਹ ਮਾਈਆਂ ਜਿਹੜੀਆਂ ਜਨਮ ਦੇ ਸਮੇਂ ਇਹਦੇ ਪਾਸ ਸਨ। ਹੱਥੋਂ ਹੱਥ ਨਚਾਈਏ ਪ੍ਰਾਣੀ, ਮਾਤ ਕਹੈ ਸੁਤ ਮੇਰਾ। ਮਾਂ ਕਹਿੰਦੀ ਹੈ ਪੁੱਤਰ ਮੇਰਾ ਹੈ, ਬਾਕੀ ਕਹਿੰਦੇ ਸਾਡਾ ਹੈ। ਮੈਂ ਮੇਰੀ ਦੀ ਗੁੜਤੀ ਜੰਮਦੇ ਨੂੰ ਦੇ ਦਿੱਤੀ। ਮਾਤ ਕਹੈ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ। ਮਹਾਰਾਜ ਕਹਿੰਦੇ ਮੇਰੇ ਮੂਰਖ ਮਨਾ, ਇਹ ਅਚੇਤ ਬੇਸਮਝ ਮਨਾ, ਚੇਤੇ ਕਰ ਲੈ। ਜਿਹੜੇ ਕਹਿੰਦੇ ਨੇ ਮੇਰਾ ਸਾਡਾ, ਤੂੰ ਕਿਸੇ ਦਾ ਨਹੀਂ, ਕੋਈ ਤੇਰਾ ਨਹੀਂ। ਕੇਵਲ ਕੁਝ ਸਮੇਂ ਲਈ ਇਹ ਸੰਬੰਧ ਜੁੜੇ ਸਨ। ਜਦੋਂ ਸੰਜੋਗ ਸੀ, ਵਿਜੋਗ ਹੋ ਗਿਆ ਤੇ ਹੁਣ ਤੇਰਾ ਕੋਈ ਵੀ ਨਹੀਂ। ਮਾਤ ਕਹੈ ਸੁਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ। ਅੰਤ ਨਹੀਂ ਕਛ ਤੇਰਾ, ਅੰਤ ਨੂੰ ਕੁਛ ਵੀ ਤੇਰਾ ਨਹੀਂ। ਜਿਨ ਰਚ ਰਚਿਆ ਤਿਸਹਿ ਨਾ ਜਾਣੈ, ਮਨ ਭੀਤਰ ਧਰ ਗਿਆਨ। ਜਿਹਨੇ ਤੇਰੀ ਰਚਨਾ ਕੀਤੀ ਤੂੰ ਉਹਨੂੰ ਜਾਣਦਾ ਹੀ ਨਹੀਂ। ਆਪਣੇ ਮਨ ਵਿੱਚ ਉਸ ਪ੍ਰਭੂ ਦਾ, ਗੁਰੂ ਦਾ ਗਿਆਨ ਧਾਰਨ ਕਰ। ਕਹੋ ਨਾਨਕ ਪ੍ਰਾਣੀ ਦੂਜੇ ਪਹਿਰੇ, ਵਿਸਰ ਗਿਆ ਧਿਆਨ। ਤੀਜੇ ਪਹਿਰੇ ਰੈਣ ਕਹਿ ਵਣਜਾਰਿਆ ਮਿੱਤਰਾ। ਉਮਰ ਰੂਪੀ ਰਾਤ ਦਾ ਜਦੋਂ ਤੀਜਾ ਪਹਿਰ ਆਇਆ, ਇਹ ਵਣਜਾਰੇ ਮਿੱਤਰ, ਫਿਰ ਇਹ ਜੀਵ ਦੀ ਦਸ਼ਾ ਕੀ ਹੋਈ? ਤੀਜੇ ਪਹਿਰੇ ਰੈਣ ਕਹਿ ਵਣਜਾਰਿਆ ਮਿੱਤਰਾ, ਧਨ ਜੋਬਨ ਸਿਉ ਚਿਤ। ਪਹਿਲਾਂ ਇਹਦਾ ਬਚਪਨ ਆਇਆ, ਫਿਰ ਇਹਦੇ 'ਤੇ ਕਿਸ਼ੋਰ ਅਵਸਥਾ ਆਈ, ਫਿਰ ਇਹਦੇ 'ਤੇ ਜਵਾਨੀ ਆਈ। ਮਹਾਰਾਜ ਕਹਿੰਦੇ 10 ਅਵਸਥਾਵਾਂ ਇਸ ਜੀਵ ਦੀਆਂ 10 ਸਟੇਜਾਂ ਨੇ। ਕਿਹੜੀਆਂ ਜੀ? ਪਹਿਲੇ ਪਿਆਰ ਲੱਗਾ ਥਣ ਦੁੱਧ,
दूजै माए बाप की सुध, तीजै भैया भाभी बेव। ये मेरी भैन, ये मेरी भाभी, ਇਹਦੀ ਪਹਿचान जीव ਨੂੰ ਹੋਈ ਜਦੋਂ ਥੋੜਾ ਵੱਡਾ ਹੋਇਆ। ਮਹਾਰਾਜ ਕਹਿੰਦੇ ਪਹਿਲੇ ਪਿਆਰ ਲੱਗਾ ਥਣ ਦੁੱਧ, ਜੰਮਦੇ ਦਾ ਪਿਆਰ ਮਾਤਾ ਦੇ ਦੁੱਧ ਨਾਲ ਲੱਗ ਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ, ਦੂਜੇ ਮਾਏ ਬਾਪ ਕੀ ਸੁਧ, ਦੂਜੀ ਅਵਸਥਾ ਆਈ ਪਹਿचान ਹੋਈ ਮੇਰੀ ਅੰਮੀ, ਇਹ ਮੇਰਾ ਪਾਪਾ, ਇਹ ਮੇਰਾ ਪਿਤਾ ਹੈ। तीजै भैया भाभी बेव, चौथे प्यार उपन्नी खेड। चौथी स्टेज आई खेडां दे विच इहदा प्यार पिया। पंजवें खाण पीण की धात, थोड़ा होर वड्डा होया, हुण भुख बड़ी लगदी है, खाण ते पीण दे पिछे सारी दिहाड़ी ये बच्चा दौड़दा है। छेवें काम न पुछै जात, सतवें सांझ किया घर बास। अठवें क्रोध हुआ तन नास, नावें धौले उबे साहा। दसवें दद्दा हुआ सुआहा, गए सगीत उकारी ताहा। उड़िया हंस दसाए राहा, आया गया मोया नाव। पिछे पत्तल सदेहो काव, नानक मनमुख अंध गुवार। बाज गुरु डुब्बा संसार। ਤਾਂ ਤੇ ਮਹਾਰਾਜ ਕਹਿੰਦੇ ਤੀਜੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਜਵਾਨੀ ਇਹਦੇ ਤੇ ਆਈ ਧਨ ਜੋਵਨ ਸਿਉ ਚਿੱਤ। ਇਹਦੀ ਚਿੱਤ ਵਿਰਤੀ ਜਵਾਨੀ ਦੇ ਨਸ਼ੇ, ਜਵਾਨੀ ਦੇ ਸੁੱਖ ਔਰ ਧਨ ਦੇ ਵਿੱਚ ਇਹਦੀ ਚਿੱਤ ਵਿਰਤੀ ਜੁੜ ਗਈ। ਅਜੇ ਵੀ ਇਹਨੇ ਰੱਬ ਦਾ ਨਾਮ ਚੇਤੇ ਨਹੀਂ ਕੀਤਾ। ਧਨ ਜੋਵਨ ਸਿਉ ਚਿੱਤ, ਹਰ ਕਾ ਨਾਮ ਨਾ ਚੇਤ ਹੀ ਵਣਜਾਰਿਆ ਮਿੱਤਰਾ। ਇਹ ਵਣਜਾਰੇ ਮਿੱਤਰ ਅਜੇ ਵੀ ਰੱਬ ਦੇ ਨਾਮ ਨੂੰ ਚੇਤੇ ਨਹੀਂ ਕਰਦਾ। ਬੱਧਾ ਛੁੱਟੈ ਹੈ ਜਿਤ, ਜਿਸ ਪ੍ਰਭੂ ਦੇ ਸਿਮਰਨ, ਪ੍ਰਭੂ ਦੇ ਨਾਮ ਨੇ ਇਹਨੂੰ ਜਨਮਾਂ ਜਨਮਾਂਤਰਾਂ ਦੇ ਬੰਧਨਾਂ ਤੋਂ ਮੁਕਤ ਕਰਵਾਉਣਾ ਸੀ। ਜਵਾਨੀ ਵਿੱਚ ਆ ਕੇ ਵੀ ਉਸ ਸਾਈਂ ਦੀ ਯਾਦ ਇਹਦੇ ਹਿਰਦੇ ਵਿੱਚ ਨਹੀਂ ਵਸਦੀ। ਮਹਾਰਾਜ ਕਹਿੰਦੇ ਹਰ ਕਾ ਨਾਮ ਨਾ ਚੇਤੈ ਪ੍ਰਾਣੀ, ਵਿਕਲ ਭਇਆ ਸੰਗ ਮਾਇਆ। ਮਾਇਆ ਨਾਲ ਵਿਆਕੁਲ ਹੋ ਗਿਆ। ਧਨ ਸਿਉ ਰੱਤਾ ਜੋਵਨ ਮੱਤਾ, ਅਹਿਲਾ ਜਨਮ ਗਵਾਇਆ। ਧਨ ਦੇ ਨਾਲ ਰਤਿਆ ਗਿਆ, ਜਵਾਨੀ ਦੇ ਸੁੱਖਾਂ ਵਿੱਚ ਮਸਤ ਹੋ ਗਿਆ। ਇੱਕ ਦੁਰਲੱਭ ਅਮੋਲਕ ਜਨਮ ਇਸ ਜੀਵ ਨੇ ਆਪਣਾ ਇੰਜ ਹੀ ਗਵਾਉਣਾ ਕੀਤਾ, ਨਾਮ ਤੋਂ ਹੀਣੇ ਹੋਣ ਕਰਕੇ। ਧਨ ਸਿਉ ਰੱਤਾ ਜੋਵਨ ਮੱਤਾ, ਅਹਿਲਾ ਜਨਮ ਗਵਾਇਆ। ਧਰਮ ਸੇਤੀ ਵਾਪਾਰ ਨਾ ਕੀਤੋ, ਇਹਨੇ ਧਰਮ ਦੇ ਨਾਲ, ਸ਼ੁਭ ਗੁਣਾਂ ਦੇ ਨਾਲ, ਸ਼ੁਭ ਗੁਣਾਂ ਦਾ ਵਪਾਰ ਨਹੀਂ ਕਰਨਾ ਕੀਤਾ। ਧਰਮ ਸੇਤੀ ਵਾਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ। ਕਰਮ ਬੰਦੇ ਦੇ ਸੱਚੇ ਮਿੱਤਰ ਨੇ। ਮਹਾਭਾਰਤ ਵਿੱਚ ਇੱਕ ਸ਼ਲੋਕ ਹੈ, ਯਥਾ ਧੇਨੁ ਸਹਸਰੇਸ਼ੂ ਵਤਸੋ ਬਿੰਦਤੇ ਸੋਇ ਮਾਤਰਮ, ਤਥਾ ਸ਼ੁਭਾ ਸ਼ੁਭ ਕ੍ਰਿਤਮ ਕਰਮ ਕਰਤਾ ਰਮਨੁ ਗਛਤੀ। ਕਹਿੰਦੇ ਜਿਵੇਂ ਹਜ਼ਾਰਾਂ ਗਊਆਂ ਵਿੱਚੋਂ ਆਪਣੀ ਮਾਂ ਨੂੰ ਪਛਾਣ ਲੈਂਦਾ ਇੱਕ ਬਛੜਾ ਤੇ ਮਾਤਾ ਦੇ ਕੋਲ ਚਲਿਆ ਜਾਂਦਾ, ਇਸੇ ਤਰ੍ਹਾਂ ਜਿਹੜੇ ਜੀਵ ਦੇ ਕਰਮ ਨੇ ਪਰਛਾਵਾਂ ਬਣ ਕੇ ਜੀਵ ਨਾਲ ਚੱਲਦੇ ਨੇ। ਆਪਾਂ ਕਹਿੰਦੇ ਬੰਦਾ ਕੁਝ ਨਹੀਂ ਨਾਲ ਲੈ ਕੇ ਜਾਂਦਾ, ਗੁਰੂ ਕਹਿੰਦੇ ਕੌਣ ਕਹਿੰਦਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਕਰਮ ਲੈ ਕੇ ਆਇਆ ਸੀ ਤੇ ਕੀਤੇ ਹੋਏ ਕਰਮ ਆਪਣੇ ਨਾਲ ਲੈ ਕੇ ਜਾਂਦਾ ਹੈ। ਮਹਾਰਾਜ ਕਹਿੰਦੇ ਧਰਮ ਸੇਤੀ ਵਾਪਾਰ ਨਾ ਕੀਤੋ,
करम ना कीतो मित, कहो नानक प्राणी तीजै पहरै, धन जोबन स्यों चित चौथे पहरै, रैन कह वणजारिया मित्रा। महाराज कहते वणजारे मित्र उमर रूपी रात का चौथा पहर आया। फिर पैर 4 पहरां तो बाद दिन ने चढ़ना, काल रूपी दिन उदय हो गया। चौथे पहर रैन कह वणजारिया मित्रा, लावी आया खेत, शरीर रूपी खेती पक गई। ये मर्जी है मालिक दी, काची पाकी बाढ़ परानी, चाहे कच्ची वढ़ लवे चाहे पक्की वढ़ लवे, ये उहदी रज़ा उहदा भाणा, इहदे विच असीं तुसीं कुछ नहीं कर सकते। महाराज कहते चौथे पहर रैन कह वणजारिया मित्रा, लावी आया खेत, जां जम पकड़ चलाया वणजारिया मित्रा, किसे ना मिलियो भेत। जदों जमा ने पकड़ के अगे तोरिया, जदों भौर ने उडारी मारी, इहदा दम निकलिया, कोल बैठे परिवार तक नूं किसे नूं पता ना चलिया बई ये दुनिया तो तुर गया। जां जम पकड़ चलाया वणजारिया मित्रा, किसे ना मिलियो भेत। भेत चेत हर किसे ना मिलियो, जां जम पकड़ चलाया, झूठा रुदन होआ दुआले, खिन मह भया पराया। आले दुआले रोना शुरू हो गया। ये रोना झूठा इस करके है, ये नहीं भी रोन वाला पखंड करदा ना, ये तो जिन्हों दर्द है जिस तन लागे सो तन जाने। इनू झूठा रोना क्यों कहा जी? झूठा रोना इस करके है कि साडा रोना गए हुए जीव नूं मुड़ जिंदा नहीं कर सकता, वापस नहीं लिया सकता, इसलिए ये रोना झूठा है। झूठा रुदन होआ दुआले, खिन मैं एक छिन विच जिहड़ा मेरा सी साडा सी अज पराया हो गया। खिन मह भया पराया, साई वस्त प्राप्त होई, जिस स्यों लाया हेत। फिर वासना दे अनुसार कर्मां दा फल भुगताउण तो बाद परमात्मा इनू ही जोनी विच पा दिंदे ने जिथे अंतम समय इहदा प्रेम लग्या सी। साई वस्त प्राप्त होई, जिस स्यों लाया हेत। कहो नानक प्राणी चौथे पहरै, लावी लुणिया खेत। महाराज कहते हे नानक, उमर रूपी रात दे चौथे पहर विच ये शरीर रूपी खेती पक गई। जम रूपी कामिया ने आके इस शरीर रूपी खेती नूं वढना कीता। जिहदा जन्म होया सी उहदी मौत हो गई। ये जन्म ते मरण की है? महाराज कहते जम्मण मरना हुक्म है, भाणे आवे जाए। सो बहुत श्रद्धालु सेवक परिवार भाई लखवीर सिंह जी, उन्हां दे सपुत्र सरदार गुरदीप सिंह जी जो अकाल चलाना कर गए ने। सो महाराज साहब दे चरनां विच यही अरदास आप संगतां ने करनी है। अब की बार बख्श बंदे को बाहर ना भवजल फेरा। ते पिछे परिवार नूं भाणा मनण दा सतगुरु बल बख्शिश करन। होईयां भुलां चुकां लई बख्शणा जी। समय दी समाप्ति। वाहिगुरु जी का खालसा, वाहिगुरु जी की फतेह।